ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਅੱਜ ਤੱਕ ਸਾਨੂੰ ਸੰਭਾਲ ਕੇ ਰੱਖਿਆ, ਜਿਉਂਦੇ ਰੱਖਿਆ। ਹਾਲੇਲੂਇਆ। ਪ੍ਰਭੂ ਦਾ ਸ਼ੁਕਰ ਕਰਦੇ ਹਾਂ। ਤੇ ਅੱਜ ਜੋ ਟੌਪਿਕ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਦੇਖਣਾ ਆ ਕਿ ਅੱਜ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਵਿੱਚ, ਦੁਸ਼ਟ ਆਤਮਾ ਦੇ ਵਿੱਚ ਕਿਉਂ ਫਸ ਰਹੇ ਆ। ਕੀ ਕਾਰਨ ਹੈ ਕਿ ਇਹ ਵਿਪੱਤੀਆਂ ਦੇ ਵਿੱਚ ਲੋਕ ਬਾਰ-ਬਾਰ ਫਸਦੇ ਆ। ਅਗਰ ਤੁਸੀਂ ਵੀ ਇਹਨਾਂ ਦੇ ਵਿੱਚ ਬਾਰ-ਬਾਰ ਫਸ ਰਹੇ ਆ, ਜਾਂ ਤੁਹਾਡੇ ਕੋਈ ਵੀ ਵਿਸ਼ਵਾਸੀ ਜਾਂ ਕੋਈ ਵੀ ਇਨਸਾਨ ਬਾਰ-ਬਾਰ ਪ੍ਰਭੂ ਦੇ ਵਿੱਚ ਆ ਕੇ ਵੀ ਬਾਰ-ਬਾਰ ਬਿਮਾਰੀਆਂ ਦੇ ਵਿੱਚ, ਦੁਸ਼ਟ ਆਤਮਾ ਦੇ ਵਿੱਚ, ਕਰਜ਼ੇ ਦੇ ਵਿੱਚ, ਗਰੀਬੀ ਦੇ ਵਿੱਚ, ਮੁਸ਼ਕਲਾਂ ਦੇ ਵਿੱਚ, ਸੰਸਾਰਿਕ ਪਰਿਵਾਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਿਉਂ ਫਸ ਰਹੇ ਆ ਬਾਰ-ਬਾਰ। ਨੁਕਸਾਨ ਕਿਉਂ ਹੁੰਦਾ ਹੈ ਬਾਰ-ਬਾਰ ਮਸੀਹਾਂ ਦਾ। ਅੱਜ ਕੱਲ੍ਹ ਬਹੁਤ ਸਾਰੇ ਮਸੀਹਾਂ ਦਾ ਨੁਕਸਾਨ ਹੁੰਦਾ। ਕਾਰਨ ਕੀ ਆ? ਅੱਜ ਅਸੀਂ ਬਚਨ ਦੇ ਵਿੱਚੋਂ ਦੇਖਾਂਗੇ ਕਿ ਕੀ ਕਾਰਨ ਹੈ ਜਿਹੜਾ ਸਾਡਾ ਬਾਰ-ਬਾਰ ਨੁਕਸਾਨ ਹੁੰਦਾ ਆ। ਕੋਈ ਵੀ ਬਾਰ-ਬਾਰ ਬਿਮਾਰੀ ਦੇ ਵਿੱਚ ਫਸਦੇ ਆ, ਬਾਰ-ਬਾਰ ਦੁਸ਼ਟ ਆਤਮਾ ਦੇ ਵਿੱਚ ਫਸਦੇ ਆ। ਕਾਰਨ ਕੀ ਆ? ਰੀਜ਼ਨ ਇਹਦਾ ਕੀ ਆ? ਹਾਲੇਲੂਇਆ। ਸਾਡੇ ਉੱਤੇ ਸਜ਼ਾਵਾਂ ਆਉਂਦੀਆਂ। ਕਿਉਂ ਸਜ਼ਾ ਆਉਂਦੀਆਂ? ਸਾਡੇ ਉੱਤੇ ਦੁੱਖ ਆਉਂਦੇ ਆ, ਸਾਡੇ ਸਰੀਰਕ ਦੁੱਖ ਆਉਂਦੇ ਆ। ਕਿਉਂ ਆਉਂਦੇ ਆ ਬਾਰ-ਬਾਰ? ਹਾਲੇਲੂਇਆ। ਵਚਨ ਦੇ ਵਿੱਚੋਂ ਦੇਖਾਂਗੇ, ਜਦੋਂ ਅਸੀਂ ਲੂਕਾ ਦੀ ਅੰਜੀਲ ਉਹਦਾ 23ਵਾਂ ਅਧਿਆਇ ਕੱਢਾਂਗੇ, ਉਸ ਦੇ ਵਿੱਚ 39 ਆਇਤ ਤੋਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਯੀਸ਼ੂ ਮਸੀਹ ਜਦੋਂ ਸਲੀਬ ਉੱਤੇ ਸੀਗੇ, ਤਾਂ ਉੱਥੇ ਯੀਸ਼ੂ ਮਸੀਹ ਦੀ ਸਲੀਬ ਦੇ ਨਾਲ 2 ਡਾਕੂ ਲਟਕਾਏ ਗਏ ਸੀਗੇ। ਇੱਕ ਉਹਨਾਂ ਦੇ ਸੱਜੇ ਹੱਥ ਤੇ ਇੱਕ ਉਹਨਾਂ ਦੇ ਖੱਬੇ ਹੱਥ। ਉਹ ਜਿਹੜੇ 2 ਡਾਕੂ ਆ ਉਹ ਆਪਸ ਵਿੱਚ ਕੀ ਗੱਲਬਾਤ ਕਰ ਰਹੇ ਆ। ਦੋਨਾਂ ਵਿੱਚੋਂ ਇੱਕ ਡਾਕੂ, ਜਿਹੜਾ ਪਹਿਲਾ ਡਾਕੂ ਸੀਗਾ, ਉਹ ਕੀ ਕਹਿ ਰਿਹਾ ਸੀਗਾ। ਜਿਹੜਾ ਦੂਸਰਾ ਡਾਕੂ ਆ ਤੇ ਉਹ ਆਪਸ ਵਿੱਚ ਦੋਵੇਂ ਗੱਲਬਾਤ ਕਰ ਰਹੇ ਸੀਗੇ। ਕੀ ਕਹਿ ਰਹੇ ਸੀਗੇ? ਜਦੋਂ ਯੀਸ਼ੂ ਮਸੀਹ ਸਲੀਬ ਉੱਤੇ ਸੀਗੇ ਤਾਂ ਕੀ ਕਹਿ ਰਹੇ ਸੀਗੇ? ਦੋਨਾਂ ਨੂੰ, ਉਹਨਾਂ ਇਨਸਾਨਾਂ ਨੂੰ ਸਜ਼ਾ ਮਿਲ ਰਹੀ ਸੀ, ਉਹਨਾਂ ਉੱਤੇ ਦੁੱਖ ਆਇਆ ਹੋਇਆ ਸੀਗਾ, ਕਿਉਂਕਿ ਯੀਸ਼ੂ ਮਸੀਹ ਵੀ ਸਲੀਬ ਉੱਤੇ ਸੀਗੇ, ਦੁੱਖ ਦੇ ਵਿੱਚ ਸੀਗੇ, ਤੇ ਇਹ ਜਿਹੜੇ 2 ਇਨਸਾਨ ਸੀਗੇ ਇਹ ਵੀ ਦੁੱਖ ਦੇ ਵਿੱਚ ਸੀਗੇ। ਅਗਰ ਜਦੋਂ ਤੁਸੀਂ ਦੁੱਖ ਦੇ ਵਿੱਚ ਹੁੰਦੇ ਹੋ, ਤੁਸੀਂ ਬਿਮਾਰੀ ਦੇ ਵਿੱਚ ਹੁੰਦੇ ਹੋ, ਤੁਸੀਂ ਦੁਸ਼ਟ ਆਤਮਾ ਦੇ ਵਿੱਚ ਹੁੰਦੇ ਹੋ, ਤੁਸੀਂ ਕਰਜ਼ੇ ਦੇ ਵਿੱਚ ਹੁੰਦੇ ਹੋ, ਤੁਸੀਂ ਸਮੱਸਿਆ ਦੇ ਵਿੱਚ ਹੁੰਦੇ ਹੋ, ਤੁਸੀਂ ਪ੍ਰੋਬਲਮ ਦੇ ਵਿੱਚ ਹੁੰਦੇ ਹੋ, ਕਿਉਂ ਹੁੰਦੇ ਹੋ? ਪਤਾ ਹੋਣਾ ਚਾਹੀਦਾ ਆ। ਇਹ ਜਿਹੜੇ 2 ਡਾਕੂ ਸੀਗੇ, ਇਹਨਾਂ ਦੇ ਵਿੱਚੋਂ ਇੱਕ ਡਾਕੂ ਨੂੰ ਪਤਾ ਸੀਗਾ ਕਿ ਮੈਂ ਦੁੱਖ ਦੇ ਵਿੱਚ ਕਿਉਂ ਆ, ਮੁਸ਼ਕਲ ਦੇ ਵਿੱਚ ਕਿਉਂ ਆ। ਹਾਲੇਲੂਇਆ। ਤੇ ਜਿਹੜਾ ਇੱਕ ਡਾਕੂ ਸੀਗਾ, ਉਸਨੂੰ ਨਹੀਂ ਪਤਾ ਸੀਗਾ ਕਿ ਉਹ ਕੀ ਬੋਲ ਰਿਹਾ, ਕੀ ਕਰ ਰਿਹਾ, ਉਸਨੂੰ ਇਹ ਸਜ਼ਾ ਕਿਉਂ ਮਿਲ ਰਹੀ ਆ। ਅਗਰ ਤੁਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਆ, ਅਗਰ ਤੁਹਾਡੇ ਉੱਤੇ ਦੁੱਖ ਆ ਰਹੀ ਆ, ਬਾਰ-ਬਾਰ ਸਮੱਸਿਆ ਆ ਰਹੀ ਆ, ਪ੍ਰੋਬਲਮ ਦੇ ਵਿੱਚ, ਚਾਹੇ ਤੁਸੀਂ ਕਿੰਨੇ ਵੀ ਟਾਈਮ ਤੋਂ ਮਸੀਹ ਦੇ ਵਿੱਚ ਹੈ, ਕਿੰਨੇ ਵੀ ਟਾਈਮ ਤੋਂ, ਬਹੁਤ ਵਾਰੀ ਮੈਨੂੰ ਇਹੋ ਜਿਹੇ ਮਸੀਹ ਭੈਣ ਭਰਾ ਆਉਂਦੇ ਆ ਮੇਰੇ ਕੋਲ, ਉਹ ਪ੍ਰਾਰਥਨਾ ਕਰਾਉਂਦੇ ਕਿ ਅਸੀਂ ਇੰਨੇ ਟਾਈਮ ਹੋ ਗਏ ਪ੍ਰਭੂ ਦੇ ਵਿੱਚ ਚੱਲਦੇ ਨੂੰ, ਸਾਨੂੰ ਦੁਸ਼ਟ ਆਤਮਾ ਦੀਆਂ ਪ੍ਰੋਬਲਮਸ ਹੈ, ਬਿਮਾਰੀਆਂ ਬਾਰ-ਬਾਰ ਆਉਂਦੀਆਂ। ਪ੍ਰੋਬਲਮ ਕੀ ਹੈ? ਕਾਰਨ ਕੀ ਹੈ? ਮੈਂ ਦੱਸਣਾ ਚਾਹੁੰਦਾ ਹਾਂ। ਅੱਜ ਪੜ੍ਹਾਂਗਾ ਤੁਹਾਡੇ ਲਈ ਲੂਕਾ ਦੀ ਅੰਜੀਲ ਉਹਦਾ 23ਵਾਂ ਅਧਿਆਇ ਉਹਦੀ 39 ਆਇਤ ਦੇ ਵਿੱਚੋਂ। ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਉੱਤੇ ਦੁੱਖ ਕਿਉਂ ਆਇਆ, ਸਾਡੇ ਉੱਤੇ ਬਿਮਾਰੀ ਕਿਉਂ ਆਈ, ਕੋਈ ਸਮੱਸਿਆ ਕਿਉਂ ਆਈ ਆ। ਹਾਲੇਲੂਇਆ। पढ़ांगा मैं थोड़े लिए। जो कुकर्मी वहाँ लटकाए गए थे उनमें से एक ने उसकी निंदा करके कहा, क्या तुम मसीह नहीं? ਜਿਹੜਾ ਯੀਸ਼ੂ ਮਸੀਹ ਦੀ ਸਲੀਬ ਦੇ ਦੁਆਲੇ 2 ਡਾਕੂ ਲਟਕਾਏ ਗਏ ਸੀ, ਇੱਕ ਸੱਜੇ ਤੇ ਇੱਕ ਖੱਬੇ। ਉਹਦੇ ਵਿੱਚੋਂ ਪਹਿਲਾ ਜਿਹੜਾ ਸੀਗਾ, ਇੱਕ ਡਾਕੂ ਕੀ ਕਹਿੰਦਾ ਆ? ਕਹਿੰਦਾ ਕੀ ਤੂੰ ਮਸੀਹ ਨਹੀਂ ਹੈਗਾ? ਯੀਸ਼ੂ ਮਸੀਹ ਨੂੰ ਕਹਿੰਦਾ ਤੂੰ ਕਿਆ ਯੀਸ਼ੂ ਮਸੀਹ ਨਹੀਂ ਹੈਗਾ? तो फिर अपने आप को और हमें भी बचा। ਜਿਹੜਾ ਪਹਿਲਾ ਡਾਕੂ ਸੀਗਾ, ਉਹਨੂੰ ਸਿਰਫ ਇਹ ਚਿੰਤਾ ਸੀਗੀ ਕਿ ਤੂੰ ਹਮੇ ਬਚਾ, ਕਿ ਸਾਨੂੰ ਬਚਾ, ਤੂੰ ਆਪ ਵੀ ਬਚ ਤੇ ਸਾਨੂੰ ਵੀ ਬਚਾ। ਸਿਰਫ ਉਸ ਨੂੰ ਆਪਣੀ ਜਾਨ ਦੀ ਫਿਕਰ ਸੀਗੀ, ਕਿ ਉਸ ਨੂੰ ਬਚਣ ਦੀ ਫਿਕਰ ਸੀਗੀ। ਹਾਲੇਲੂਇਆ। ਉਸ ਨੂੰ ਇਹ ਨਹੀਂ ਸੀਗਾ ਪਤਾ ਕਿ ਇਹ ਜਿਹੜੀ ਮੇਰੀ ਸਜ਼ਾ ਆ, ਕਿ ਮੇਰੀ ਗਲਤੀਆਂ ਦੇ ਕਾਰਨ ਮੈਨੂੰ ਮਿਲੀ ਆ, ਇਹ ਜਿਹੜਾ ਦੁੱਖ ਮੇਰੇ ਤੇ ਆਇਆ, ਮੈਨੂੰ ਸਲੀਬ ਦਿੱਤਾ ਗਿਆ, ਕਿ ਇਹ ਜਿਹੜੀ ਮੇਰੀ ਸਜ਼ਾ ਆ ਕਿਉਂ ਆਈ ਆ। ਉਸ ਨੂੰ ਆਪਣੀ ਗਲਤੀ ਉੱਤੇ ਕੋਈ ਪਛਤਾਪ ਨਹੀਂ ਸੀਗਾ। ਉਹ ਸਿਰਫ ਉਸ ਨੂੰ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਮੈਂ ਕਿਸ ਤਰ੍ਹਾਂ ਇੱਥੋਂ ਨਿਕਲਾਂ। ਸਿਰਫ ਉਹ ਬਚਾਅ ਲੱਭ ਰਿਹਾ ਸੀਗਾ। ਉਸ ਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਮੈਂ ਬੁਰੇ ਕੰਮਾਂ ਦੇ ਕਾਰਨ ਮੈਨੂੰ ਇਹ ਜਿਹੜੀ ਸਲੀਬੀ ਮੌਤ ਦਿੱਤੀ ਜਾ ਰਹੀ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਡਾਕੂ ਹੁੰਦੇ ਸੀਗੇ, ਕੋਈ ਵੀ ਹੁੰਦਾ ਸੀਗਾ, ਉਹਨੂੰ ਜਿਹੜੀ ਸਜ਼ਾ ਹੁੰਦੀ ਸੀ, ਸਲੀਬ ਦੀ ਸਜ਼ਾ ਹੁੰਦੀ ਸੀਗੀ। ਹਾਲੇਲੂਇਆ। ਹਜ਼ਾਰਾਂ ਲੋਕਾਂ ਯੀਸ਼ੂ ਮਸੀਹ ਨੂੰ ਜਿਸ ਤਰ੍ਹਾਂ ਸਲੀਬ ਉੱਤੇ ਚੜ੍ਹਾਇਆ ਗਿਆ, ਹਜ਼ਾਰਾਂ ਲੱਖਾਂ ਲੋਕਾਂ ਨੂੰ ਸਲੀਬਾਂ ਉੱਤੇ ਚੜ੍ਹਾਇਆ ਗਿਆ। ਜਦੋਂ ਯੀਸ਼ੂ ਮਸੀਹ ਦੀ ਸਲੀਬ ਉੱਤੇ ਚੜ੍ਹਾਏ ਗਏ, ਉਸ ਦੇ ਨਾਲ ਵੀ ਜਿਹੜੇ 2 ਡਾਕੂ ਸੀਗੇ ਉਹ ਵੀ ਸਲੀਬ ਉੱਤੇ ਸੀਗੇ। ਇਹ ਜਿਹੜਾ ਪਹਿਲਾ ਨੰਬਰ ਦਾ ਡਾਕੂ ਸੀਗਾ, ਇਹਨੂੰ ਸਿਰਫ ਚਿੰਤਾ ਸੀਗੀ ਆਪਣੇ ਸਰੀਰ ਦੀ। ਅੱਜ ਬਹੁਤ ਸਾਰੇ ਮਸੀਹ ਲੋਕ ਆ, ਉਹਨਾਂ ਨੂੰ ਸਿਰਫ ਇਹੀ ਚਿੰਤਾ ਆ ਕਿ ਅਸੀਂ ਬਿਮਾਰੀ ਤੋਂ ਚੰਗਾ ਹੋਣਾ, ਬਸ।
ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਬਿਮਾਰੀ ਇਹ ਜੀਵਨ ਦੇ ਵਿੱਚ ਕਿਉਂ ਆਈ ਆ, ਇਹ ਪ੍ਰੋਬਲਮ ਸਾਡੇ ਜੀਵਨ ਦੇ ਵਿੱਚ ਕਿਉਂ ਆਈ ਆ, ਇਹ ਸਮੱਸਿਆ ਸਾਡੇ ਜੀਵਨ ਦੇ ਵਿੱਚ ਕਿਉਂ ਆਈ ਆ, ਇਹ ਦੁੱਖ ਸਾਡੇ ਜੀਵਨ ਦੇ ਵਿੱਚ ਕਿਉਂ ਆਇਆ, ਇਹ ਕਰਜ਼ਾ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਆਇਆ, ਇਹ ਗਰੀਬੀ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਆਇਆ। ਇਹਨਾਂ ਚੀਜ਼ਾਂ ਨੂੰ ਪਤਾ ਹੀ ਨਹੀਂ ਮਸੀਹਾਂ ਲੋਕਾਂ ਨੂੰ। ਇਹ ਦੁਸ਼ਟ ਆਤਮਾ ਅਗਰ ਆਈ ਆ ਤਾਂ ਕਿਉਂ ਆਈ ਆ। ਹਾਲੇਲੂਇਆ। ਅੱਜ ਮੈਂ ਇਹਨਾਂ ਗੱਲਾਂ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਅਗਰ ਅਸੀਂ ਪ੍ਰਭੂ ਦੇ ਵਿੱਚ ਆ, ਅਗਰ ਸਾਡੇ ਉੱਤੇ ਦੁੱਖ ਆਉਂਦਾ, ਪ੍ਰੋਬਲਮ ਆਉਂਦੀ ਆ, ਸਮੱਸਿਆ ਆਉਂਦੀ ਆ ਤਾਂ ਕਿਉਂ ਆਉਂਦੀ ਆ। ਹਾਲੇਲੂਇਆ। ਇੱਕ ਸਿਸਟਰ ਸੀਗੀ ਤੇ ਇੱਕ ਸਿਸਟਰ ਹੈ, ਉਹਦਾ ਬੇਟਾ ਤੇ ਉਹਨਾਂ ਦੇ ਦੋਨਾਂ ਦੇ ਵਿੱਚ ਮਾਂ ਬੇਟੇ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ, ਪ੍ਰੋਬਲਮ ਆ ਗਈ, ਸਮੱਸਿਆ ਆ ਗਈ, ਦੁਸ਼ਟ ਆਤਮਾ ਦਾ ਅਟੈਕ ਹੋਇਆ ਤੇ ਦੋਨਾਂ ਦੇ ਉੱਤੇ। ਤਾਂ ਕੀ ਹੋਇਆ, ਮੈਂ ਜਦੋਂ ਉਸਨੇ ਕਿਹਾ ਕਿ ਭਾਜੀ ਸਾਡੇ ਨਾਲ ਇੱਦਾਂ ਕਿਉਂ ਹੁੰਦਾ, ਤਾਂ ਮੈਂ ਉਸਨੂੰ ਕਿਹਾ, ਮੈਂ ਕਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਹੈ, ਤੁਸੀਂ ਪਰਮੇਸ਼ਰ ਦੇ ਨਾਲ ਤੁਹਾਡਾ ਰਿਸ਼ਤਾ ਸਹੀ ਨਹੀਂ ਹੈਗਾ। ਦੋਨਾਂ ਨੂੰ ਮੈਂ ਕਿਹਾ, ਉਹ ਚਰਚ ਦੇ ਵਿੱਚ ਆਏ, ਮੈਂ ਦੋਨਾਂ ਨੂੰ ਕਿਹਾ ਕਿ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਸਹੀ ਨਹੀਂ ਹੈਗਾ, ਇਸ ਕਰਕੇ ਤੁਹਾਡੇ ਤੇ ਸ਼ੈਤਾਨ ਅਟੈਕ ਕਰਦਾ, ਤੁਸੀਂ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਸਹੀ ਕਰੋ। ਹਾਲੇਲੂਇਆ। ਤਾਂ ਫਿਰ ਦੂਜੇ ਚੌਥੇ ਦਿਨ ਮੈਨੂੰ ਕਿਹਾ ਉਸਨੇ ਕਿ ਹੁਣ ਤਾਂ ਮੈਂ ਪ੍ਰਾਰਥਨਾ ਵੀ ਕਰਨ ਲੱਗ ਪਈ ਹਾਂ, ਹੁਣ ਪਤਾ ਨਹੀਂ ਮੇਰੇ ਵਿੱਚ ਕਿਹੜੀ ਕਮੀ ਆ। ਹਾਲੇਲੂਇਆ। ਅੱਜ ਇਨਸਾਨ ਨੂੰ ਇਹੀ ਨਹੀਂ ਪਤਾ ਕਿ ਮੇਰੇ ਵਿੱਚ ਹੈ ਕਿਹੜੀ ਕਮੀ ਆ। ਅਗਰ ਇਨਸਾਨ ਬਾਰ-ਬਾਰ ਝੂਠ ਬੋਲ ਰਿਹਾ, ਉਹਨੂੰ ਪਤਾ ਹੈ ਕਿ ਮੈਂ ਝੂਠ ਬੋਲਦਾ ਆ, ਉਹਨੂੰ ਪਤਾ ਹੈ ਕਿ ਮੇਰੇ ਮੈਂ ਝੂਠ ਬੋਲਦਾ ਆ, ਝੂਠ ਬੋਲਣ ਦੇ ਦੁਆਰਾ ਮੇਰੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਕਿਉਂ ਆ ਰਹੀ ਹੈ, ਉਹਨੂੰ ਪਤਾ ਹੈ ਕਿ ਮੈਂ ਝੂਠ ਬੋਲਦਾ, ਉਹ ਮੰਨਣ ਨੂੰ ਤਿਆਰ ਨਹੀਂ ਹੈਗਾ। ਹਾਲੇਲੂਇਆ। ਅਗਰ ਇੱਕ ਇਨਸਾਨ ਜਿਹੜਾ ਆ ਉਹ ਬਾਰ-ਬਾਰ ਪਾਪ ਕਰ ਰਿਹਾ, ਬਾਰ-ਬਾਰ ਗਲਤੀਆਂ ਕਰ ਰਿਹਾ, ਉਹ ਉਹਨਾਂ ਗਲਤੀਆਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈਗਾ। ਇਸੇ ਤਰ੍ਹਾਂ ਇਹ ਜਿਹੜਾ ਸਲੀਬ ਉੱਤੇ ਡਾਕੂ ਸੀਗਾ, ਇਹ ਵੀ ਸਿਰਫ ਇਸ ਨੂੰ ਇੱਕ ਹੀ ਗੱਲ ਦਿਖਦੀ ਸੀ ਕਿ ਮੇਰਾ ਬਚਾਅ ਹੋਣਾ ਚਾਹੀਦਾ ਆ। ਉਹ ਯਿਸੂ ਮਸੀਹ ਨੂੰ ਕੀ ਕਹਿੰਦਾ ਆ, क्या तुम मसीह नहीं तो फिर अपने आप को और हमें बचा। ਹਾਲੇਲੂਇਆ। ਉਹਨੂੰ ਸਿਰਫ ਬਚਣ ਦੀ ਡਾਕੂ ਨੂੰ ਪਈ ਸੀ। ਅੱਜ ਵੀ ਮਸੀਹੀ ਲੋਕਾਂ ਨੂੰ ਬਚਾਓ ਕਰਨ ਦੀ ਜ਼ਰੂਰਤ ਹੈ। ਬਸ ਬਚ ਜਾਈਏ, ਕਿੱਦਾਂ ਵੀ ਬਚ ਜਾਈਏ ਪ੍ਰੋਬਲਮ, ਇਸ ਦੁਸ਼ਟ ਆਤਮਾ ਤੋਂ ਛੁਟਕਾਰਾ ਹੋ ਜਾਵੇ, ਇਸ ਸਮੱਸਿਆ ਤੋਂ ਛੁਟਕਾਰਾ ਹੋ ਜਾਵੇ। ਉਹਨਾਂ ਨੇ ਆਪਣੀ ਜਿਹੜੀ ਪ੍ਰੋਬਲਮ ਹੈ ਉਸ ਜੜ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਅਸੀਂ ਕਿਉਂ ਬਾਰ-ਬਾਰ ਆ ਰਹੇ ਹਾਂ, ਕਿ ਸਾਡੇ ਵਿੱਚ ਕਿਹੜੀ ਕਮੀ ਆ, ਅਸੀਂ ਆਪਣੇ ਜੀਵਨ ਨੂੰ ਸੁਧਾਰੀਏ। ਉਹਨਾਂ ਨੇ ਇੱਥੇ ਤੱਕ ਨਹੀਂ ਸੋਚਣਾ। ਹਾਲੇਲੂਇਆ। ਇੱਥੇ ਤੱਕ ਅੱਜ ਲੋਕ ਸੋਚਦੇ ਨਹੀਂ ਆ। ਕਾਰਨ ਕੀ ਆ ਕਿ ਉਹਨਾਂ ਦਾ ਜਿਹੜਾ ਬਾਰ-ਬਾਰ ਸਮੱਸਿਆ ਦੇ ਵਿੱਚ ਫਸਣ ਦਾ ਇਹੀ ਕਾਰਨ ਹੈ ਕਿ ਉਹਨਾਂ ਦਾ ਰਿਸ਼ਤਾ ਪਰਮੇਸ਼ਰ ਦੇ ਨਾਲ ਸਹੀ ਨਹੀਂ ਹੈ। ਅਗਰ ਤੁਸੀਂ ਬਾਰ-ਬਾਰ ਪ੍ਰੋਬਲਮਸ ਦੇ ਵਿੱਚ, ਸਮੱਸਿਆ ਦੇ ਵਿੱਚ ਇੱਕ ਹੀ ਪ੍ਰੋਬਲਮ ਦੇ ਵਿੱਚ ਬਾਰ-ਬਾਰ ਸਮੱਸਿਆ ਦੇ ਵਿੱਚ ਫਸ ਰਹੇ ਹੋ, ਦੁਸ਼ਟ ਆਤਮਾ ਦੇ ਵਿੱਚ, ਇੱਕ ਤੇ ਬਾਅਦ ਦੂਸਰੀ ਸਮੱਸਿਆ ਤੇ ਦੂਸਰੀ ਤੋਂ ਬਾਅਦ ਤੀਸਰੀ ਸਮੱਸਿਆ, ਕਾਰਨ ਇਹੀ ਹੈ ਕਿ ਤੁਹਾਡਾ ਜਿਹੜਾ ਰਿਸ਼ਤਾ ਆ ਪਰਮੇਸ਼ਰ ਦੇ ਨਾਲ ਸਹੀ ਨਹੀਂ ਹੈਗਾ। ਮੈਂ ਤੁਹਾਨੂੰ ਸਾਫ਼-ਸਾਫ਼ ਦੱਸਣਾ ਚਾਹੁੰਦਾ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਨਾਲ ਤੁਹਾਡਾ ਰਿਸ਼ਤਾ ਸਹੀ ਨਹੀਂ ਹੈਗਾ। ਹਾਲੇਲੂਇਆ। ਕਿਉਂਕਿ ਜਿਹੜੀ ਸਾਡੀ ਆਤਮਿਕ ਲਾਈਫ ਹੈ ਉਹ ਪਰਮੇਸ਼ਰ ਦੇ ਨਾਲ ਸਹੀ ਨਹੀਂ ਹੈਗੀ। ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਤੁਸੀਂ ਮੇਰੇ ਨਾਲ ਸਮਾਂ ਬਿਤਾਓ, ਕਿ ਪਰਮੇਸ਼ਰ ਇਹੀ ਚਾਹੁੰਦਾ ਕਿ ਇਨਸਾਨ ਮੇਰੇ ਨਾਲ ਸਮਾਂ ਬਿਤਾਏ। ਹਾਲੇਲੂਇਆ। ਜਿਹੜਾ ਇਨਸਾਨ ਪ੍ਰਭੂ ਦੀ ਸੰਗਤੀ ਦੇ ਵਿੱਚ ਰਹਿੰਦਾ, ਬਾਈਬਲ ਕਹਿੰਦੀ ਆ ਉਹਦੇ ਨਾਲ ਇੱਕ ਆਤਮਾ ਹੋ ਜਾਂਦਾ ਆ। ਹਾਲੇਲੂਇਆ। ਤੇ ਜਿੱਥੇ ਪਰਮੇਸ਼ਰ ਦਾ ਆਤਮਾ ਹੈ ਫਿਰ ਉੱਥੇ ਆਜ਼ਾਦੀ ਆ, ਉੱਥੇ ਦੁਸ਼ਟ ਆਤਮਾ ਨਹੀਂ, ਬਿਮਾਰੀ ਨਹੀਂ, ਗਰੀਬੀ ਨਹੀਂ, ਕਲੇਸ਼ ਨਹੀਂ, ਉੱਥੇ ਆਜ਼ਾਦੀ ਹੈ ਤੇ ਰਿਹਾਈ ਹੈ, ਉੱਥੇ ਛੁਟਕਾਰਾ ਹੈ, ਉੱਥੇ ਚੰਗਾਈ ਹੈ, ਉੱਥੇ ਬਰਕਤ ਹੈ। ਹਾਲੇਲੂਇਆ। ਉੱਥੇ ਆਸ਼ੀਸ਼ ਹੀ ਆਸ਼ੀਸ਼ ਹੈ। ਇਹ ਜਿਹੜਾ ਪਹਿਲਾ ਡਾਕੂ ਸੀਗਾ, ਇਹਨੂੰ ਸਿਰਫ ਇਸੇ ਗੱਲ ਦਾ ਪਤਾ ਸੀਗਾ ਕਿ ਮੈਂ ਬਚਣਾ ਆ। ਯਿਸੂ ਮਸੀਹ ਨੂੰ ਵੀ ਇਹੀ ਕਹਿ ਰਿਹਾ ਸੀਗਾ, ਤੂੰ ਆਪ ਵੀ ਬਚ ਤੇ ਸਾਨੂੰ ਵੀ ਬਚਾ। ਤੇ ਯਿਸੂ ਮਸੀਹ ਨੇ ਉਸਨੂੰ ਕੋਈ ਨਹੀਂ ਉੱਤਰ ਦਿੱਤਾ। ਤੇ ਜਿਹੜਾ ਦੂਸਰਾ ਡਾਕੂ ਸੀਗਾ ਉਸਨੇ ਕੀ ਕਿਹਾ, ਜਦੋਂ ਪਹਿਲੇ ਡਾਕੂ ਨੇ ਕਿਹਾ ਕਿ ਤੂੰ ਆਪ भी बच ਤੇ हमें बचा, इस पर दूसरे ने उसे डांट कर कहा। दूसरे डाकू ने की कीता, डांटिया पहले डाकू ਨੂੰ ਤੇ ਕੀ ਕਹਿਣਗਾ, क्या तू परमेश्वर से नहीं डरता। ਉਹਨੂੰ ਕਹਿੰਦਾ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ। ਅੱਜ ਬਹੁਤ ਸਾਰੇ ਲੋਕ ਪ੍ਰਭੂ ਦੇ ਵਿੱਚ ਆ ਕੇ ਪਰਮੇਸ਼ਰ ਤੋਂ ਨਹੀਂ ਡਰਦੇ, ਯਿਸੂ ਮਸੀਹ ਤੋਂ ਡਰਦੇ ਹੀ ਨਹੀਂ ਹੈਗੇ। ਉਹ ਹਾਲੇਲੂਇਆ, ਡਰਦੇ ਨਹੀਂ ਹੈਗੇ। क्या तू परमेश्वर से नहीं डरता, तू भी तो वही दंड पा रहा है। ਕੀ ਕਹਿੰਦਾ, ਤੂੰ ਵੀ तो वही दंड पा रहा है और हम तो न्याय अनुसार दंड पा रहे हैं। ਕਹਿੰਦਾ ਅਸੀਂ ਤਾਂ ਨਿਆਏ ਦੇ ਅਨੁਸਾਰ दंड पा रहे हैं क्योंकि हम अपने कामों का ठीक फल पा रहे हैं। ਜਿਹੜਾ ਦੂਸਰਾ ਡਾਕੂ ਸੀਗਾ ਉਹ ਆਪਣੀ ਗਲਤੀ ਨੂੰ ਮੰਨ ਗਿਆ। ਕਹਿੰਦਾ ਜਿਹੜੀ ਇਹ ਸਜ਼ਾ ਆ, ਅਸੀਂ ਆਪਣੀਆਂ ਗਲਤੀਆਂ ਦੇ ਕਾਰਨ ਠੀਕ ਫਲ ਪਾ ਰਹੇ ਹਾਂ। ਇਹ ਉਹਨੂੰ ਪਤਾ ਸੀਗਾ ਦੂਸਰੇ ਨੰਬਰ ਵਾਲੇ ਡਾਕੂ ਨੂੰ ਕਿ ਅਸੀਂ ਬੁਰੇ ਕੰਮ ਕੀਤੇ ਆ, ਇਸ ਕਰਕੇ ਸਾਡੇ ਉੱਤੇ ਸਜ਼ਾ ਆਈ ਆ, ਇਹ ਸਜ਼ਾ ਸਾਨੂੰ ਮਿਲੀ ਆ। ਹਾਲੇਲੂਇਆ। ਅੱਜ ਬਹੁਤ ਸਾਰੇ ਮਸੀਹਾਂ ਨੂੰ ਇਹੀ ਨਹੀਂ ਪਤਾ। ਅਗਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਪਰਮੇਸ਼ਰ ਨਾਲ ਸਹੀ ਨਹੀਂ ਚੱਲਦੇ, ਉਹ ਫਿਰ ਵੀ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਉਹ ਫਿਰ ਵੀ ਝੂਠ ਬੋਲ ਰਹੇ ਆ, ਫਿਰ ਵੀ ਬੁਰਾਈ ਦੇ ਵਿੱਚ ਫਸੇ ਹੋਏ ਆ, ਫਿਰ ਵੀ ਉਹ ਪਾਪ ਦੇ ਵਿੱਚ ਲੱਗੇ ਹੋਏ ਆ।
ਹਾਲੇਲੂਇਆ। ਇੱਕ ਵਾਰੀ ਦੁਸ਼ਟ ਆਤਮਾ ਕੱਢ ਦਿੱਤੀ, ਇੱਕ ਵਾਰੀ ਉਹ ਬਿਮਾਰ ਲਈ ਪ੍ਰਾਰਥਨਾ ਕਰਤੀ, ਚੰਗੇ ਹੋ ਗਏ, ਮੁੜ ਕੇ ਫੇਰ ਉਹਨਾਂ ਦਾ ਉਹੀ ਕੰਮ, ਬਾਰ ਬਾਰ ਉਸ ਸਮੱਸਿਆ ਦੇ ਵਿੱਚ ਫਸਣਗੇ, ਕੋਈ ਤੁਹਾਨੂੰ ਛੁਡਾ ਨਹੀਂ ਸਕਦਾ। ਫਿਰ ਤੁਸੀਂ ਹਮੇਸ਼ਾ ਦੇ ਲਈ ਫਿਰ ਬਣ ਚੁੱਕੇ ਹੋ, ਤੁਹਾਡੀਆਂ ਗਲਤੀਆਂ ਤੁਹਾਡੇ ਦੇ ਉੱਤੇ ਸਜ਼ਾਵਾਂ ਲੈ ਕੇ ਆ ਰਹੀਆਂ। ਇਸ ਪਹਿਲੇ ਜਿਹੜਾ ਦੂਸਰਾ ਡਾਕੂ ਸੀਗਾ, ਉਸ ਨੂੰ ਪਤਾ ਸੀਗਾ ਕਿ ਅਸੀਂ ਠੀਕ ਫਲ ਪਾ ਰਹੇ ਹਾਂ ਆਪਣੀਆਂ ਕੰਮਾਂ ਦਾ, ਆਪਣੀਆਂ ਗਲਤੀਆਂ ਦਾ, ਜਿਹੜੇ ਅਸੀਂ ਪਾਪ ਕੀਤੇ ਆ, ਅਸੀਂ ਗੁਨਾਹ ਕੀਤੇ ਆ, ਉਹਨਾਂ ਦਾ ਠੀਕ ਫਲ ਪਾ ਰਹੇ ਹਾਂ। ਤੇ ਜਿਹੜਾ ਪਹਿਲੇ ਨੰਬਰ ਵਾਲਾ ਡਾਕੂ ਸੀਗਾ, ਉਹ ਸਿਰਫ ਉਹਨੂੰ ਇਹ ਪਤਾ ਸੀਗਾ ਕਿ ਅਸੀਂ ਬਚਣਾ ਆ। ਹਾਲੇਲੂਇਆ। ਅਗਰ ਤੁਸੀਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਮੈਂ ਚਾਹੁੰਦਾ ਤੁਸੀਂ ਬਚਣ ਦੀ ਕੋਸ਼ਿਸ਼ ਨਾ ਕਰੋ ਕਿ ਅਸੀਂ ਦੁਸ਼ਟ ਆਤਮਾ ਤੋਂ ਛੁਟਕਾਰਾ ਪਾਉਣਾ ਹੈ, ਅਸੀਂ ਬਿਮਾਰੀ ਤੋਂ ਛੁਟਕਾਰਾ ਪਾਉਣਾ ਹੈ, ਅਸੀਂ ਗਰੀਬੀ ਤੋਂ ਛੁਟਕਾਰਾ ਪਾਉਣਾ ਹੈ, ਇਹ ਜਿਹੜੀ ਸਮੱਸਿਆ ਸਾਡੇ ਉੱਤੇ ਬਾਰ-ਬਾਰ ਆ ਰਹੀਆਂ, ਇਹਨਾਂ ਤੋਂ ਛੁਟਕਾਰਾ ਪਾਉਣਾ। ਇਹਨਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਤੁਹਾਨੂੰ ਖੁਦ ਪਰ ਖੁਦ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ। ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ, ਇਹ ਹਮੇਸ਼ਾ ਦੇ ਲਈ ਦੂਰ ਹੋ ਜਾਣਗੀਆਂ। ਜਦੋਂ ਤੁਹਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਸਹੀ ਹੋ ਜਾਏਗਾ, ਇਹ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੀਆਂ ਬੰਦ ਹੋ ਜਾਣਗੀਆਂ। ਜਿਹੜਾ ਪਹਿਲੇ ਨੰਬਰ ਵਾਲਾ ਡਾਕੂ ਸੀਗਾ, ਉਹ ਆਪਣਾ ਬਚਾਅ ਕਰ ਰਿਹਾ ਸੀਗਾ। ਅਗਰ ਤੁਸੀਂ ਵੀ ਸਿਰਫ ਬਚਾਅ ਦੇ ਲਈ ਕੰਮ ਕਰ ਰਹੇ ਹੋ ਤਾਂ ਤੁਸੀਂ ਅਧੂਰਾ ਕੰਮ ਕਰ ਰਹੇ ਹੋ। ਤੇ ਜਿਹੜਾ ਦੂਸਰਾ ਡਾਕੂ ਸੀਗਾ, ਉਹਨੇ ਆਪਣੀਆਂ ਗਲਤੀਆਂ ਨੂੰ ਕੀ ਕੀਤਾ, ਮੰਨ ਲਿਆ। ਕਹਿੰਦਾ ਅਸੀਂ ਆਪਣੇ ਕਰਮਾਂ ਦਾ ਠੀਕ ਫਲ ਪਾ ਰਹੇ ਹਾਂ। ਅਗਰ ਤੁਸੀਂ ਆਪਣੀਆਂ ਗਲਤੀਆਂ ਨੂੰ ਨਹੀਂ ਮੰਨ ਰਹੇ ਆ, ਆਪਣਾ ਜੀਵਨ ਸੁਧਾਰ ਨਹੀਂ ਰਹੇ ਆ, ਪਰਮੇਸ਼ਰ ਦੇ ਲਈ ਯਿਸੂ ਮਸੀਹ ਦੇ ਪਿੱਛੇ ਚੱਲਣ ਦੇ ਸੁਧਾਰ ਨਹੀਂ ਰਹੇ, ਆਪਣੀ ਆਤਮਿਕ ਲਾਈਫ ਨੂੰ ਨਹੀਂ ਸੁਧਾਰ ਰਹੇ, ਆਪਣਾ ਝੂਠ ਬੋਲਣਾ ਨਹੀਂ ਛੱਡ ਰਹੇ, ਆਪਣੇ ਬੁਰੇ ਕੰਮਾਂ ਨੂੰ ਨਹੀਂ ਛੱਡ ਰਹੇ, ਚੁਗਲੀ, ਨਿੰਦਿਆ, ਝੂਠ, ਨਫ਼ਰਤ, ਮਨ ਦੇ ਵਿੱਚ ਕੁੜਕੜਾਹਟ ਨਹੀਂ ਛੱਡ ਰਹੇ। ਹਾਲੇਲੂਇਆ। ਮਨ ਸਾਫ਼ ਰੱਖੋ। ਹਾਲੇਲੂਇਆ। दूसरा नंबर वाला को कहना हम तो न्याय अनुसार दंड पा रहे हैं क्योंकि हमने अपने कामों का ठीक फल पाया। उन्हें पता है कि मैं बुरे काम किए, इसका ठीक फल पा रहा है, पर इसने कोई अनुचित काम नहीं किया। उन्हें पता सीगा कि यीशु मसीह ने कोई बुरा काम नहीं किया। हालेलुया। तो यीशु मसीह की कह रहा, कहना इसने, दूजे नंबर वाले डाकू की कह रहा, इसने कोई अनुचित काम नहीं किया। वो जानता सीगा यीशु मसीह निर्दोष है। हालेलुया। वो जानता सीगा। तब उसने कहा, हे यीशु, जब तुम अपने राज्य में आए तो मेरी सुधि लेना। उसने उससे कहा, मैं तुमसे सच 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 कहता हूँ कि तुम आज ही मेरे साथ स्वर्गलोक में होगा। हालेलुया। ਜਦੋਂ ਦੂਸਰੇ ਨੰਬਰ ਵਾਲੇ ਡਾਕੂ ਨੇ ਕੀ ਕੀਤਾ, ਆਪਣੇ ਗੁਨਾਹ ਨੂੰ ਮੰਨਿਆ, ਮੰਨ ਕੇ ਕੀ ਕਹਿੰਦਾ ਕਿ ਅਸੀਂ ਠੀਕ ਆਪਣੇ ਕੀਤੇ ਹੋਏ ਕੰਮਾਂ ਦੀ, ਆਪਣੇ ਗੁਨਾਹਾਂ ਦੀ, ਆਪਣੇ ਜਿਹੜੇ ਪਾਪ ਕੀਤੇ ਆ, ਅਸੀਂ ਜਿਹੜੇ ਡਾਕੂਆਂ ਨੇ ਬੁਰੇ ਕੰਮ ਕੀਤੇ ਸੀ, ਉਹਨਾਂ ਦੇ ਕਾਰਨ ਉਹਨਾਂ ਨੂੰ ਸਜ਼ਾ ਮਿਲ ਰਹੀ ਸੀ, ਉਹਨਾਂ ਨੂੰ ਮੰਨ ਲਿਆ ਦੂਸਰੇ ਨੰਬਰ ਵਾਲੇ ਡਾਕੂ ਨੇ ਕਿ ਇਹ ਜਿਹੜਾ ਪਰਮੇਸ਼ਰ ਹੈ, ਯੀਸ਼ੂ ਮਸੀਹ ਹੈ, ਇਹ ਤਾਂ ਨਿਰਦੋਸ਼ ਹੈ। ਅਸੀਂ ਤਾਂ ਬੁਰੇ ਕੰਮ ਕੀਤੇ ਆ, ਅਸੀਂ ਸਜ਼ਾ ਪਾ ਰਹੇ ਹਾਂ, ਪਰ ਇਹ ਨਿਰਦੋਸ਼ ਹੈ। ਪਰ ਉਸਨੇ ਯੀਸ਼ੂ ਮਸੀਹ ਅੱਗੇ ਦੁਆ ਕੀਤੀ ਕਿ ਪ੍ਰਭੂ ਤੂੰ ਆਪਣੇ ਰਾਜ ਦੇ ਵਿੱਚ ਯਾਦ ਕਰਨਾ। ਦੇਖੋ, ਜਦੋਂ ਉਸਨੇ ਮੰਨ ਲਿਆ ਕਿ ਮੈਂ ਪਾਪ ਕੀਤੇ ਆ, ਅਸੀਂ ਆਪਣੇ ਗੁਨਾਹ ਕੀਤੇ ਆ, ਤਾਂ ਯੀਸ਼ੂ ਮਸੀਹ ਨੇ ਫਿਰ ਉਹਨੂੰ ਕੀ ਕਹਿਤਾ, ਕਹਿੰਦਾ ਤੂੰ ਅੱਜ ਹੀ ਮੇਰੇ ਨਾਲ ਸਵਰਗ ਲੋਕ ਦੇ ਵਿੱਚ ਹੋਗਾ। ਉਹਦਾ ਉਧਾਰ ਹੋ ਗਿਆ, ਉੱਥੇ ਉਹਦਾ ਛੁਟਕਾਰਾ ਹੋ ਗਿਆ ਉਹਨਾਂ ਪਾਪਾਂ ਤੋਂ ਮੰਨਣ ਦੇ ਕਾਰਨ। ਤੌਬਾ ਕਰ ਲਈ ਉਹਨੇ। ਹਾਲੇਲੂਇਆ। ਯਿਸੂ ਮਸੀਹ ਕਹਿੰਦਾ ਜਿਹੜਾ ਇਨਸਾਨ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਮੰਨ ਲੈਂਦਾ, ਤੌਬਾ ਕਰ ਲੈਂਦਾ ਆ, ਮਨ ਨੂੰ ਫਰਾ ਲੈਂਦਾ ਆ, ਉਹਦੇ ਉੱਤੇ ਪ੍ਰਭੂ ਦੇ ਵੱਲੋਂ ਸੁੱਖ ਦੇ ਦਿਨ ਆਉਂਦੇ ਆ। ਹਾਲੇਲੂਇਆ। ਕਿਹਦੇ ਦਿਨ ਆਉਂਦੇ? ਸੁੱਖ ਦੇ। ਇਸ ਡਾਕੂ ਉੱਤੇ ਵੀ ਸੁੱਖ ਦੇ ਦਿਨ ਆ ਗਏ 7 ਦੇ ਵਿੱਚ। ਆਮੀਨ। ਹਾਲੇਲੂਇਆ। ਜਦ ਦੂਸਰਾ ਨੰਬਰ ਵਾਲਾ ਡਾਕੂ, ਉਹਨੇ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਲੀਬ ਉੱਤੋਂ, ਉਹਨੇ ਯੀਸ਼ੂ ਮਸੀਹ ਨੂੰ ਯਾਦ ਕੀਤਾ, ਉਹਨੇ ਆਪਣੇ ਗੁਨਾਹਾਂ ਨੂੰ ਮੰਨਿਆ, ਛੱਡ ਦਿੱਤਾ ਉਹਨੇ। ਹਾਲੇਲੂਇਆ। ਉਹਨੇ ਮੰਨ ਲਿਆ ਕਿ ਹਾਂ ਅਸੀਂ ਬੁਰੇ ਕੰਮ ਕੀਤੇ ਆ। ਯੀਸ਼ੂ ਮਸੀਹ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ, ਛੁਟਕਾਰਾ ਦਿੱਤਾ ਉਹਨਾਂ ਨੇ ਦੁਸ਼ਟ ਆਤਮਾ ਤੋਂ, ਤੇ ਨਾਲ ਇਹ ਗੱਲ ਕਹੀ, ਜਿੰਨੇ ਵੀ ਯੀਸ਼ੂ ਮਸੀਹ ਨੇ ਚਮਤਕਾਰ ਕੀਤੇ, ਬਹੁਤ ਸਾਰੇ ਲੋਕਾਂ ਨੂੰ, ਅਧਰੰਗੀਆਂ ਨੂੰ ਯੀਸ਼ੂ ਮਸੀਹ ਨੇ ਚੰਗਾ ਕੀਤਾ, ਦੁਸ਼ਟ ਆਤਮਾ ਤੋਂ ਲੋਕਾਂ ਨੂੰ ਆਜ਼ਾਦ ਕੀਤਾ। ਤੁਸੀਂ ਯੀਸ਼ੂ ਮਸੀਹ ਨੇ ਉਹਨਾਂ ਨੂੰ ਇਹੀ ਕਿਹਾ, ਵਚਨ ਦੇ ਵਿੱਚ ਲਿਖਿਆ, ਤੂੰ ਦੁਬਾਰਾ ਪਾਪ ਨਾ ਕਰੀ ਕਿਤੇ ਤੇਰਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਨਾ ਹੋ ਜਾਏ। ਇਨਸਾਨ ਬਾਰ-ਬਾਰ ਜਦੋਂ ਪਾਪ ਕਰਦਾ, ਉਸਦਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੋ ਜਾਂਦਾ ਵਚਨ ਕਹਿੰਦਾ ਆ। ਅਗਰ ਤੁਸੀਂ ਵੀ ਬਾਰ-ਬਾਰ ਗਰੀਬੀ ਦੇ ਵਿੱਚ, ਬਿਮਾਰੀ ਦੇ ਵਿੱਚ, ਦੁੱਖਾਂ ਦੇ ਵਿੱਚ, ਦੁਸ਼ਟ ਆਤਮਾ ਦੇ ਵਿੱਚ, ਬਾਰ-ਬਾਰ ਸਮੱਸਿਆ ਦੇ ਵਿੱਚ, ਕਸ਼ਟਾਂ ਦੇ ਵਿੱਚ, ਕਲੇਸ਼ਾਂ ਦੇ ਵਿੱਚ ਬਾਰ-ਬਾਰ ਫਸ ਰਹੇ ਹਾਂ, ਤਾਂ ਸਾਨੂੰ ਆਪਣਾ ਜੀਵਨ ਜਾਂਚਣ ਦੀ ਜ਼ਰੂਰਤ ਹੈ। ਹਾਲੇਲੂਇਆ। ਆਪਣਾ ਜੀਵਨ ਜਾਂਚਣ ਦੀ ਜ਼ਰੂਰਤ ਹੈ। ਆਪਣੇ ਜੀਵਨ ਨੂੰ ਸੈੱਟ ਕਰੀਏ। ਹਾਲੇਲੂਇਆ। ਜਦੋਂ ਤੁਸੀਂ ਆਪਣਾ ਜੀਵਨ
ਪਰਮੇਸ਼ਰ ਦੇ ਨਾਲ ਜੀਓਗੇ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਜੀਵਨ ਦੇ ਵਿੱਚ ਆਹ ਕਮੀ ਆ। ਤੁਹਾਨੂੰ ਜਦ ਤੁਸੀਂ ਮੰਨ ਲਓਗੇ, ਛੱਡ ਦੋਗੇ, ਪ੍ਰਭੂ ਦੇ ਵੱਲੋਂ ਸੁੱਖ ਦੇ ਦਿਨ ਆਉਣਗੇ। ਮੈਂ ਕਿਹਾ ਹਾਲੇਲੂਇਆ, ਯੀਸ਼ੂ ਮਸੀਹ ਦੇ ਵੱਲੋਂ ਸੁੱਖ ਦੇ ਦਿਨ ਆਉਣਗੇ, ਕਿਸੇ ਇਨਸਾਨ ਦੇ ਵੱਲੋਂ ਨਹੀਂ, ਕਿਸੇ ਇਨਸਾਨ ਦੇ ਵੱਲੋਂ ਨਹੀਂ, ਪਰਮੇਸ਼ਰ ਦੇ ਵੱਲੋਂ। ਬਾਈਬਲ ਕਹਿੰਦੀ ਆ ਪਰਮੇਸ਼ਰ ਦੇ ਵੱਲੋਂ ਸੁੱਖ ਦੇ ਦਿਨ ਆਉਂਦੇ ਆ। ਹਾਲੇਲੂਇਆ। ਕਿਉਂਕਿ ਜਦੋਂ ਇੱਕ ਇਨਸਾਨ ਆਪਣੇ ਗੁਨਾਹ ਨੂੰ ਮੰਨ ਲੈਂਦਾ ਆ, ਤੌਬਾ ਕਰ ਲੈਂਦਾ, ਛੱਡ ਦਿੰਦਾ, ਪ੍ਰਭੂ ਦੇ ਵੱਲੋਂ ਕੀ ਆ ਜਾਂਦੇ ਆ? ਸੁੱਖ ਦੇ ਦਿਨ ਆਉਂਦੇ ਆ। ਅਗਰ ਸਾਡੀ ਜ਼ਿੰਦਗੀ ਦੇ ਵਿੱਚ ਬਾਰ-ਬਾਰ ਸਮੱਸਿਆ ਆ ਤਾਂ ਸਾਨੂੰ ਆਪਣਾ ਜੀਵਨ ਜਾਂਚਣ ਦੀ ਜ਼ਰੂਰਤ ਹੈ। ਹਾਲੇਲੂਇਆ। ਅੱਜ ਦੌੜ ਲੱਗੀ ਹੋਈ ਆ ਮਸੀਹਾ ਲੋਕਾਂ ਦੀ। ਲੋਕਡਾਊਨ ਦੇ, ਜਦੋਂ ਲੋਕਡਾਊਨ ਹੁੰਦਾ ਖਾਸ ਤੌਰ 'ਤੇ, ਉਦੋਂ ਤਾਂ ਮਸੀਹ ਲੋਕ ਜਿਹੜੇ ਬਹੁਤ ਇੱਧਰ ਉੱਧਰ ਨੱਠਦੇ ਆ, ਕਿ ਬਾਰ-ਬਾਰ ਸਮੱਸਿਆ ਦੇ ਵਿੱਚ ਫਸਦੇ ਆ, ਬਾਰ-ਬਾਰ ਪ੍ਰੋਬਲਮ ਦੇ ਵਿੱਚ ਫਸਦੇ ਆ। ਹਾਲੇਲੂਇਆ। ਬਹੁਤ ਸਾਰੇ ਇਹ ਲੋਕਾਂ ਦੇ ਤਾਂ ਮੈਂ ਫੋਨ ਵੀ ਚੱਕਣੇ ਬੰਦ ਕੀਤੇ ਆ। ਕਿਉਂਕਿ ਉਹ ਨਾ ਤਾਂ ਪਰਮੇਸ਼ਰ ਦੇ ਪਿੱਛੇ ਚੱਲਦੇ ਆ, ਨਾ ਉਹ ਸੰਗਤੀ ਦੇ ਵਿੱਚ ਆਉਂਦੇ ਆ, ਨਾ ਦੁਆ ਦੇ ਵਿੱਚ ਆਉਂਦੇ ਆ, ਨਾ ਪ੍ਰਾਰਥਨਾ ਦੇ ਵਿੱਚ ਆਉਂਦੇ ਆ। ਇਸ ਕਰਕੇ ਕੀ ਕੀਤਾ, ਉਹਨਾਂ ਦੇ ਫੋਨ ਵੀ ਬੰਦ ਹੈ। ਬੇਸ਼ੱਕ ਤੁਸੀਂ ਉਹ ਮੈਸੇਜ, ਅਗਰ ਤੁਹਾਡਾ ਵੀ ਮੈਂ ਫੋਨ ਨਹੀਂ ਚੈੱਕ ਰਿਹਾ ਤਾਂ ਤੁਸੀਂ ਅਗਰ ਮੈਸੇਜ ਨੂੰ ਸੁਣ ਰਹੇ ਹੋ ਤਾਂ ਕਾਰਨ ਇਹੀ ਹੈ ਕਿ ਤੁਸੀਂ ਪਰਮੇਸ਼ਰ ਦੇ ਨਾਲ ਰਿਸ਼ਤਾ ਬਣਾਓ, ਸੰਗਤੀ ਦੇ ਵਿੱਚ ਆਓ, ਪ੍ਰਾਰਥਨਾ ਦੇ ਵਿੱਚ ਜੁੜੋ, ਪਰਮੇਸ਼ਰ ਦੇ ਨਾਲ ਜੁੜੋ, ਤਾਂ ਤੁਹਾਨੂੰ ਭੱਜਣ ਦੀ ਜ਼ਰੂਰਤ ਨਹੀਂ ਹੈ। ਹਾਲੇਲੂਇਆ। ਬਹੁਤ ਸਾਰੇ ਮਸੀਹੀ ਲੋਕ ਮੈਂ ਦੇਖੇ ਜਿਹੜੇ ਕਾਫੀ ਸਾਲਾਂ ਤੋਂ ਪ੍ਰਭੂ ਦੇ ਵਿੱਚ ਹੈ। ਉਹ ਥੱਕ ਚੁੱਕੇ ਆ, ਕਿਤੇ ਚਰਚ ਦੇ ਵਿੱਚ ਜਾਂਦੇ, ਕਿਤੇ ਚਰਚ ਦੇ ਵਿੱਚ ਜਾਂਦੇ ਆ। ਬਰਕਤ ਚਰਚ ਬਦਲਣ ਦੇ ਨਾਲ ਨਹੀਂ ਮਿਲਣੀ ਹੈਗੀ, ਬਰਕਤ ਜੀਵਨ ਬਦਲਣ ਨਾਲ ਮਿਲਣੀ ਹੈ। ਹਾਲੇਲੂਇਆ। ਇੱਕ ਭਜਨ ਕਹਿੰਦਾ ਬਰਕਤ ਪਾਸਟਰ ਬਦਲਿਆ ਨਹੀਂ ਮਿਲਣੀ। ਹਾਲੇਲੂਇਆ। ਇੱਕ ਪੰਜਾਬੀ ਸੌਂਗ ਹੈ, ਬਰਕਤ ਪਾਸਟਰ ਬਦਲਿਆ ਨਹੀਂ ਮਿਲਣੀ। ਹਾਲੇਲੂਇਆ। ਜਿਹੜਾ ਤੁਹਾਡਾ ਅਗੂਆ ਆ ਉਹਦੇ ਅਧੀਨ ਰਹੋ। ਤੁਹਾਨੂੰ ਆਪਣਾ ਜੀਵਨ ਸੈੱਟ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਤੁਸੀਂ ਜਿੰਨਾ ਮਰਜ਼ੀ ਭੱਜ ਲਓ, ਜਿੰਨੀਆਂ ਮਰਜ਼ੀ ਪ੍ਰਾਰਥਨਾ ਕਰਾ ਲਓ, ਉਹ ਪ੍ਰਾਰਥਨਾ ਵੀ ਵਿਅਰਥ ਹੋ ਜਾਣਗੀਆਂ ਅਗਰ ਤੁਹਾਡਾ ਜੀਵਨ ਨਹੀਂ ਬਦਲਿਆ, ਤੁਹਾਡਾ ਜੀਵਨ ਪਰਮੇਸ਼ਰ ਦੇ ਨਾਲ ਨਹੀਂ ਸੈੱਟ ਕੀਤਾ, ਤੁਸੀਂ ਪਾਪ ਤੇ ਗੁਨਾਹ ਕਰਨਾ ਬੰਦ ਨਹੀਂ ਕੀਤਾ, ਆਪਣੀ ਆਤਮਿਕ ਲਾਈਫ ਨੂੰ ਸੈੱਟ ਨਹੀਂ ਕੀਤਾ। ਮੈਂ ਬਾਰ-ਬਾਰ ਸਮੱਸਿਆ ਦੇ ਵਿੱਚ ਫਸੂਗੇ, ਕੋਈ ਨਹੀਂ ਰੋਕ ਸਕਦਾ। ਯਿਸੂ ਮਸੀਹ ਵੀ ਫਿਰ ਤਾਂ ਨਹੀਂ ਰੋਕ ਸਕਦਾ, ਕਿਉਂਕਿ ਯਿਸੂ ਮਸੀਹ ਵੀ ਆਪਣੇ ਵਚਨ ਤੋਂ ਬਾਹਰ ਹੋ ਕੇ ਕੁਝ ਨਹੀਂ ਕਰ ਸਕਦਾ। ਹਾਲੇਲੂਇਆ। ਅਗਰ ਤੁਸੀਂ ਆਪਣਾ ਜੀਵਨ ਬਦਲੋਗੇ ਤਾਂ ਪਰਮੇਸ਼ਰ ਤੁਹਾਡੇ ਉੱਤੇ ਦਇਆ ਕਰੇਗਾ। ਫਿਰ ਉਸ ਡਾਕੂ ਦੀ ਵਾਂਗੂ ਤੁਹਾਨੂੰ ਵੀ ਕਹਿ ਦੇਗਾ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਲੋਕ ਦੇ ਵਿੱਚ ਹੋਏਗਾ। ਹਾਲੇਲੂਇਆ। ਔਰ ਤੁਹਾਡੇ ਨਾਮ ਨੂੰ ਮੈਂ ਕਿਹਾ ਜੀਵਨ ਦੀ ਪੁਸਤਕ ਵਿੱਚ ਲਿਖ ਦੇਗਾ। ਆਮੀਨ। ਹਾਲੇਲੂਇਆ। ਤੁਹਾਡੇ ਨਾਮ ਨੂੰ ਜੀਵਨ ਦੀ ਪੁਸਤਕ ਵਿੱਚ ਲਿਖ ਦੇਗਾ। ਹਾਲੇਲੂਇਆ। ਅੱਜ ਵੀ ਸਾਨੂੰ ਉਸ ਡਾਕੂ ਦੀ, ਜਿਹੜਾ ਦੂਸਰੇ ਨੰਬਰ ਵਾਲਾ ਡਾਕੂ ਆ, ਉਸ ਦੀ ਤਰ੍ਹਾਂ ਜਾਂਚਣ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਕੋਈ ਵੀ ਪ੍ਰੋਬਲਮ ਉਸ ਦੇ ਵਿੱਚ ਤੁਸੀਂ ਫਸ ਰਹੇ ਆ, ਇਹ ਕਿਉਂ ਆ ਰਹੀ ਹੈ। ਤੁਹਾਨੂੰ ਉੱਤੇ ਮਨਨ ਕਰਨ ਦੀ ਜ਼ਰੂਰਤ ਹੈ, ਸੋਚਣ ਦੀ ਜ਼ਰੂਰਤ ਹੈ, ਵਿਚਾਰ ਕਰਨ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਇਹ ਜਿਹੜੀ ਪ੍ਰੋਬਲਮ ਹੈ, ਸਮੱਸਿਆ ਆ, ਕਿਉਂ ਆਈ ਆ, ਉਹਨੂੰ ਛੱਡ ਕੇ ਪਰਮੇਸ਼ਰ ਦੇ ਪਿੱਛੇ ਚੱਲਣ ਦੀ ਜ਼ਰੂਰਤ ਹੈ। ਹਾਲੇਲੂਇਆ। ਪਰਮੇਸ਼ਰ ਦਾ ਡਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਈਏ, ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਗਾ। ਹਾਲੇਲੂਇਆ। ਉਹ ਜਿਹੜਾ ਪਹਿਲੇ ਨੰਬਰ ਵਾਲਾ ਡਾਕੂ ਸੀਗਾ, ਪਰਮੇਸ਼ਰ ਤੋਂ ਨਹੀਂ ਡਰਦਾ ਸੀਗਾ, ਤੇ ਦੂਸਰੇ ਨੰਬਰ ਵਾਲਾ ਡਾਕੂ ਕਹਿੰਦਾ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ। ਅੱਜ ਬਹੁਤ ਸਾਰੇ ਲੋਕ ਆ ਪਰਮੇਸ਼ਰ ਦੇ ਵਿੱਚ ਹੈ ਪਰ ਪਰਮੇਸ਼ਰ ਤੋਂ ਨਹੀਂ ਡਰਦੇ। ਹਾਲੇਲੂਇਆ। ਪਰਮੇਸ਼ਰ ਦੇ ਭੈ ਦੇ ਵਿੱਚ ਚੱਲੀਏ, ਪਰਮੇਸ਼ਰ ਦੇ ਭੈ ਦੇ ਵਿੱਚ ਹੀ ਆਸ਼ੀਸ਼ ਹੈ, ਉਹਦੇ ਵਚਨ ਦੇ ਵਿੱਚ ਹੀ ਆਸ਼ੀਸ਼ ਹੈ। ਪਵਿੱਤਰਤਾ ਦੇ ਵਿੱਚ ਚੱਲੀਏ, ਉਸ ਦੇ ਵਿੱਚ ਹੀ ਆਸ਼ੀਸ਼ ਹੈ। ਹਾਲੇਲੂਇਆ। ਪਰਮੇਸ਼ਰ ਇਸ ਛੋਟੇ ਜਿਹੇ ਮੈਸੇਜ ਤੇ ਤੁਹਾਨੂੰ, ਇਸ ਵਚਨ ਤੇ ਆਸ਼ੀਸ਼ ਦੇਵੇ। ਮੇਰਾ ਵਿਸ਼ਵਾਸ ਹੈ ਇਹ ਵਚਨ ਜਦੋਂ ਤੁਸੀਂ ਇਸ ਵਚਨ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋਗੇ, ਆਪਣੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ, ਮੈਂ ਕਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਚੇਂਜ ਆਏਗਾ। ਹਾਲੇਲੂਇਆ। ਚੇਂਜ ਕਰੀਏ ਆਪਣੇ ਜੀਵਨ ਨੂੰ। ਹਾਲੇਲੂਇਆ। ਅਗਰ ਤੁਸੀਂ ਥੱਕ ਚੁੱਕੇ ਆ, ਅੱਕ ਚੁੱਕੇ ਆ, ਤਾਂ ਤੁਹਾਨੂੰ ਆਪਣਾ ਜੀਵਨ ਚੈੱਕ ਕਰਨ ਦੀ ਜ਼ਰੂਰਤ ਹੈ। ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਣ ਦੀ ਜ਼ਰੂਰਤ ਹੈ, ਆਪਣਾ ਜੀਵਨ ਬਤੀਤ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ। ਥੈਂਕ ਜੀਸਸ। ਆਓ ਮੈਂ ਤੁਹਾਡੇ ਲਈ ਛੋਟੀ ਜਿਹੀ ਦੁਆ ਕਰਦਾ। ਪਿਤਾ ਪਰਮੇਸ਼ਰ, ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੁਆ ਕਰਦਾ। ਪਿਤਾ, ਇਹ ਵਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਲੈ ਕੇ ਆਏ। ਖੁਦਾਵੰਦ ਖੁਦਾ, ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਹਰ ਦੁੱਖ, ਬਿਮਾਰੀ, ਲਾਚਾਰੀ ਜੋ ਵੀ ਬਾਰ-ਬਾਰ ਆ ਰਹੀ ਹੈ, ਉਸ ਦਾ ਇਹਨਾਂ ਨੂੰ ਪਤਾ ਲੱਗੇ ਖੁਦਾਵੰਦ ਖੁਦਾ, ਤੇ ਉਹਨਾਂ ਗੁਨਾਹਾਂ ਤੋਂ, ਉਹਨਾਂ ਪਾਪਾਂ ਤੋਂ ਮੁੜ ਜਾਣ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰਦ ਖੁਦਾ ਇਹ ਫ੍ਰੀ ਹੋ ਜਾਣ, ਚੰਗੇ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਤਰ੍ਹਾਂ ਦੀ ਆਤਮਿਕ, ਸਰੀਰਕ ਬਿਮਾਰੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੂਰ ਨਿਕਲ ਜਾਏ। ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਗੋਡ ਬਲੈਸ ਯੂ।